स्वागत है प्यारे साथियों, तुहाडा सारिਆਂ ਦਾ ਸਾਰਿਆਂ ਨੂੰ प्यार भरी सत श्री अकाल। ਅੱਜ अपनी बात नंबर है 3। इस तो पहला 2 बातां तुसीं सुन चुके हो, उम्मीद है तुहानूं सोहणीआं लगियां होणगीआं। कमेंट करके जरूर दस्सिया करो। तो एक शुरू में दसां कि जरूरी नहीं ये बातां बच्चों लई हुंदियां, ये वड्डिआं ने भी पूरे ध्यान नाल स्वाद नाल सुननियां हुंदियां ते अपने बच्चों नूं सुणाउणियां हुंदियां। बातां दा इन्ना ज़्यादा फायदा, बाली पुरानी गल नहीं, आपां 15 ਜਾਂ 20 साल पहलां पिछे चले जाइए तो उदों मोबाइल तो टीवी घर घर नहीं होंदे सीगे, बहुत घੱਟ होंदे सी लोकां कोल। मोबाइल तो बिल्कुल ही नहीं हुंदा सी 20 साल पहलां, ज़्यादातर लोकां कोल दूसरे हुंदे सी। तो उदों बातां ही सुणाउंदे हुंदे सी। लाइट भी ना आउणा, छत उपर पए हुंदे, पक्खी झल्ली जानी ते बातां सुणनियां वड्डिआं कोलों। नानके जाना तां नानी कोलों मैं बातां सुणनियां, छत उपर पए हुंदे, नानी नूं पक्खी झल्लनी, सारे बच्चों ने वारी वारी ते बातां सुणनियां। कई लंमियां लंमियां बातां, रात के 11 वज जांदे। ਇਹਦੇ ਨਾਲ ਸੁਣਨ ਦੀ ਜਿਹੜੀ ਸ਼ਕਤੀ ਆ ਉਹ ਵੱਧਦੀ ਆ, ਧਿਆਨ ਦੀ ਸ਼ਕਤੀ ਵੱਧਦੀ ਆ। ਬੱਚੇ ਬੜੇ ਧਿਆਨ ਨਾਲ ਸੁਣਦੇ ਆ ਗੱਲ ਨੂੰ, ਬਾਤ ਨੂੰ, ਅਤੇ ਉਹਨਾਂ ਦਾ ਦਿਮਾਗ ਲੱਗਣ ਲੱਗ ਜਾਂਦਾ ਪੜ੍ਹਾਈ ਵਿੱਚ। ਮੈਂ ਆਪਣਾ ਦੱਸਾਂ ਤਾਂ ਮੈਂ 3 ਜਮਾਤ ਦੇ ਵਿੱਚ ਅੰਗਰੇਜ਼ੀ ਵਧੀਆ ਪੜ੍ਹ ਲੈਂਦਾ ਸੀ। ਫਿਲਮਾਂ ਦੇ ਨਾਮ ਕੰਧਾਂ ਉੱਪਰ ਲਿਖਿਆ ਹੁੰਦਾ, ਅੰਗਰੇਜ਼ੀ ਵਿੱਚ ਉਹ ਪੜ੍ਹ ਲੈਂਦੇ ਸੀ ਕੀ ਲਿਖਿਆ, ਸਮਝ ਨਹੀਂ ਆਉਂਦੀ ਸੀ ਮਤਲਬ ਦੀ, ਪੜ੍ਹ ਲੈਂਦੇ ਸੀ। ਅਤੇ ਪੰਜਾਬੀ ਤਾਂ 3 ਜਮਾਤ ਤੋਂ ਲੈ ਕੇ 10ਵੀਂ ਤੱਕ ਕਦੇ ਹੋਇਆ ਹੀ ਨਹੀਂ ਸੀ ਕਿ ਅਧਿਆਪਕ ਨੇ ਮੇਰੇ ਤੋਂ ਬਿਨਾਂ ਕਿਸੇ ਨੂੰ ਪਾਠ ਪੜ੍ਹਨ ਲਾ ਦਿੱਤਾ ਹੋਵੇ। ਮੇਰੇ ਬੈਗ ਦੇ ਵਿੱਚ ਹੋਰ ਕੁਛ ਹੁੰਦਾ ਨਾ ਹੁੰਦਾ, ਇੱਕ ਕੈਂਚੀ ਜ਼ਰੂਰ ਹੁੰਦੀ ਸੀ। ਕੀ ਕਰਦਾ ਸੀ ਉਹਦੇ ਨਾਲ ਮੈਂ, ਕਿ ਸਾਡੇ ਹਰਪਾਲ ਭਾਊ ਜੀ ਅਧਿਆਪਕ ਸੀਗੇ, ਤਾਂ ਉਹਨਾਂ ਦਾ ਅਖਬਾਰ ਆਉਂਦਾ ਸੀ, ਤਾਂ ਉਹ ਜਾਂਦੇ ਹੋਏ ਅਖਬਾਰ ਸਕੂਲ ਦੇ ਕਮਰੇ ਵਿੱਚ ਹੀ ਰੱਖਦੇ ਸੀ, ਜਿਹੜੀ ਰੱਦੀ ਇਕੱਠੀ ਹੁੰਦੀ ਸੀ। ਤਾਂ ਮੈਂ ਕੈਂਚੀ ਦੇ ਨਾਲ ਪੁਰਾਣੇ ਅਖਬਾਰਾਂ ਦੇ ਵਿੱਚੋਂ, ਇੱਕ ਤਾਂ ਉਹ ਅੰਤਰ ਲੱਭੋ ਵਾਲੇ ਹੁੰਦੇ ਆ 6-6 ਵੱਖਰੇ ਵੱਖਰੇ ਤਸਵੀਰਾਂ 'ਚੋਂ, ਇਹ ਇੱਕ ਕਹਾਣੀਆਂ ਵਾਲਾ ਜਿਹੜਾ ਰੰਗੀਨ ਪੇਜ ਹੁੰਦਾ ਸੀ, ਉਹਦੇ ਵਿੱਚੋਂ ਕਹਾਣੀ ਮੈਂ ਕੱਟ ਲਿਆਉਂਦਾ ਅਤੇ ਘਰੇ ਰਜਿਸਟਰ ਦੇ ਵਿੱਚ ਗੂੰਦ ਨਾਲ ਚਿਪਕਾ ਦੇਣੀ ਅਤੇ ਉਹਨੂੰ ਪੜ੍ਹਨਾ। ਫਿਰ ਅਗਲੇ ਦਿਨ ਸਕੂਲ ਦੇ ਵਿੱਚ ਬੱਚਿਆਂ ਨੂੰ ਸੁਣਾਉਣੀ, ਜਾਂ ਨਾਨਕੇ ਜਾਣਾ ਉਦੋਂ ਬਾਤਾਂ ਇਕੱਠੀਆਂ ਕਰਕੇ ਯਾਦ ਕਰਕੇ ਜਾਣੀਆਂ ਵੀ ਉੱਥੇ ਸੁਣਾਇਆ ਕਰਾਂਗੇ ਸਾਰਿਆਂ ਨੂੰ। ਨਾਲ ਵਾਲੇ ਜਿਹੜੇ ਭੈਣ ਭਰਾ ਸੀਗੇ ਉਹਨਾਂ ਨੂੰ ਸੁਣਾਉਂਦੇ, ਨਾਨੀ ਨੂੰ ਵੀ ਸੁਣਾਉਂਦੇ ਵੀ ਆਹ ਬਾਤ ਮੈਨੂੰ ਆਉਂਦੀ ਆ। ਉਹਦੇ ਨਾਲ ਇੱਕ ਤਾਂ ਯਾਦ ਸ਼ਕਤੀ ਬੜੀ ਵੱਧ ਗਈ, ਇੱਕ ਪੜ੍ਹਨ ਦੀ ਰੁਚੀ ਬਹੁਤ ਜ਼ਿਆਦਾ ਹੋ ਗਈ। 9ਵੀਂ ਤੋਂ ਲੈ ਕੇ 12ਵੀਂ ਤੱਕ ਮੇਰੀਆਂ ਖੁਦ ਦੀਆਂ 25 ਕਹਾਣੀਆਂ ਅਖਬਾਰਾਂ ਵਿੱਚ ਮੈਂ ਭੇਜੀਆਂ, ਦੇਸ਼ ਸੇਵਕ ਵਿੱਚ, ਪੰਜਾਬੀ ਟ੍ਰਿਬਿਊਨ, ਅਜੀਤ ਦੇ ਵਿੱਚ। ਮਤਲਬ ਰੁਚੀ ਬੜੀ ਵਧੀਆ ਪੈਦਾ ਹੁੰਦੀ ਹੈ। ਇੱਕ ਤਾਂ ਮਨੋਰੰਜਨ ਤਾਂ ਹੁੰਦਾ ਹੀ ਹੁੰਦਾ, ਵਕਤ ਵੀ ਵਧੀਆ ਨਿਕਲਦਾ ਆਪਦੇ ਮਾਪਿਆਂ ਦੇ ਨਾਲ ਗੱਲਾਂ ਕਰਦੇ ਹੋਏ, ਪਿਆਰ ਵੀ ਵੱਧਦਾ ਆਪਣੇ ਮਾਪਿਆਂ ਦੇ ਨਾਲ, ਅਤੇ ਬੱਚੇ ਵੀ ਜਿਹੜੇ ਆਪਣੇ ਮੰਮੀ ਡੈਡੀ ਤੋਂ ਕਹਾਣੀ ਸੁਣ ਸਕਦੇ ਆ। ਜੇ ਵੱਡੇ ਵੀਡੀਓ ਦੇਖਦੇ ਆ, ਕਹਾਣੀ ਸੁਣਦੇ ਆ, ਉਹ ਵੀ ਆਪਣੇ ਬੱਚਿਆਂ ਨੂੰ ਸੁਣਾ ਸਕਦੇ ਵੀ ਆਜੋ ਅੱਜ ਤੁਹਾਨੂੰ ਬਾਤ ਸੁਣਾਉਣੀ ਆ, ਕਹਾਣੀ ਸੁਣਾਉਣੀ ਆ। ਤਾਂ ਤੁਸੀਂ ਦੇਖਣਾ 1 ਮਹੀਨਾ ਹੀ ਉਹਨਾਂ ਨੂੰ, ਜੇਕਰ ਬੱਚਾ ਕੋਈ ਨਲਾਇਕ ਆ ਪੜ੍ਹਾਈ ਦੇ ਵਿੱਚ, ਉਹਨੂੰ 1 ਮਹੀਨਾ ਹੀ ਕਹਾਣੀਆਂ ਸੁਣਾ ਲਵੋ। ਤਾਂ ਜਾਂ ਬੱਚਾ ਪੜ੍ਹਨ ਦਾ ਸ਼ੌਂਕ ਘੱਟ ਰੱਖਦਾ ਤਾਂ ਉਹਨੂੰ ਕਹਾਣੀਆਂ ਵਾਲੀ ਕਿਤਾਬ ਲੈ ਦਿਓ, ਕਹਾਣੀਆਂ ਪੜ੍ਹਿਆ ਕਰ। ਤੁਸੀਂ ਦੇਖਣਾ ਇੰਨਾ ਸੋਹਣਾ ਚੱਲੇਗਾ ਬੱਚਾ ਪੜ੍ਹਾਈ ਦੇ ਵਿੱਚ ਕਿ ਪੁੱਛੋ ਹੀ ਨਾ ਬਸ। ਅੱਜ ਵਾਲੀ ਕਹਾਣੀ ਪੜ੍ਹਦੇ ਹਾਂ ਆਪਾਂ। ਅੱਜ ਵਾਲੀ ਜਿਹੜੀ ਬਾਤ ਆ ਇਹ ਹੈਗੀ ਆ ਅੱਧੀ ਉਮਰ ਦਾ ਉਧਾਰ। ਇੱਕ ਰਾਜੇ ਨੂੰ ਨਾਚ ਗਾਣੇ ਦਾ ਬੜਾ ਸ਼ੌਂਕ ਸੀ। ਉਸ ਦੇ ਦਰਬਾਰ ਵਿੱਚ ਦੂਰੋਂ ਦੂਰੋਂ ਨਾਚੀਆਂ ਕਸਬ ਵਿਖਾਉਣ ਲਈ ਹਾਜ਼ਰ ਹੁੰਦੀਆਂ, ਆਪਣਾ ਨਾਚ ਦਿਖਾਉਣ ਦੇ ਲਈ। ਹੁੰਗਾਰਾ ਵੀ ਭਰਦੇ ਹੁੰਦੇ ਸੀ ਨਾਲ। ਕੀ ਹੁੰਦਾ ਇਹ ਅੱਗੇ ਪੁੱਛ ਲੈਣਾ ਵੱਡਿਆਂ ਕੋਲੋਂ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸ ਦਿਆ ਕਰਾਂਗਾ, ਵੀ ਮੰਨ ਲਿਆ ਕਰਾਂਗਾ, ਮੈਨੂੰ ਪਤਾ ਲੱਗ ਜਾਏਗਾ ਕਿ ਇਹ ਤੁਹਾਨੂੰ ਨਹੀਂ ਪਤਾ, ਵੀ ਤੁਸੀਂ ਭਰਿਆ ਵੀ ਇਹ ਕੀ ਹੁੰਦਾ। ਜਿਨ੍ਹਾਂ ਦੇ ਨਾਚ ਰਾਜੇ ਨੂੰ ਪਸੰਦ ਹੁੰਦੇ, ਉਹਨਾਂ ਨੂੰ ਰਾਜਾ ਆਪਣੇ ਮਹਿਲਾਂ ਵਿੱਚ ਹੀ ਇੱਕ ਵੱਖਰੇ ਹਿੱਸੇ ਵਿੱਚ ਰਿਹਾਇਸ਼ ਦੀ ਆਗਿਆ ਦੇ ਦਿੰਦਾ। ਮਤਲਬ ਜਿਹੜਾ ਵਧੀਆ ਨਾਚਦੇ ਸੀ ਉਹਨਾਂ ਨੂੰ ਆਪਦੇ ਨਾ ਰਾਜ ਦਾ ਜਿਹੜਾ ਮਹਿਲ ਹੁੰਦਾ ਸੀ, ਮਹਿਲ ਵਿੱਚ ਹੀ ਕੋਈ ਕਮਰਾ ਦੇ ਦਿੰਦਾ ਸੀ, ਤੁਸੀਂ ਇੱਥੇ ਰਹੋ। ਹਰ ਰੋਜ਼ ਰਾਤ ਵੇਲੇ ਮਹਿਲ ਦੇ ਖੁੱਲ੍ਹੇ ਅਹਾਤੇ ਵਿੱਚ ਮਸ਼ਾਲਾਂ ਦੀ ਰੋਸ਼ਨੀ ਵਿੱਚ ਨਾਚ ਹੁੰਦਾ। ਉਦੋਂ ਬੱਲਬ ਤਾਂ ਹੁੰਦੇ ਨਹੀਂ ਸੀ, ਵੱਡੇ ਵੱਡੇ ਦੀਵੇ ਟਾਈਪ ਹੁੰਦੇ ਆ, ਇੱਕ ਲੰਮੇ ਲੰਮੇ, ਠੀਕ ਆ, ਉਹਨਾਂ ਨੂੰ ਬੋਲਦੇ ਆ ਮਸ਼ਾਲ। ਤੁਸੀਂ ਦੇਖਿਆ ਹੀ ਹੋਣਾ ਦੀਵਾਲੀ ਵੇਲੇ ਜਿਹੜਾ ਵੱਡਾ ਸਾਰਾ ਦੀਵਾ ਲਾਟਾਂ ਨਿਕਲਦੀਆਂ ਉਹਨੂੰ ਬੋਲਦੇ ਆ। ਉਹਦੀ ਰੋਸ਼ਨੀ ਦੇ ਵਿੱਚ ਫਿਰ ਨਾਚ ਦੇਖਦੇ। ਕੋਈ ਵੀ ਸ਼ਖਸ ਉਸ ਨਾਚ ਨੂੰ ਵੇਖ ਸਕਦਾ ਸੀ, ਕੋਈ ਵੀ ਆ ਸਕਦਾ ਸੀ ਦੇਖਣ ਵਾਸਤੇ, ਠੀਕ ਹੈ। ਇੱਕ ਪਾਸੇ ਰਾਜਾ ਅਤੇ ਉਸ ਦੇ ਦਰਬਾਰੀ ਬੈਠੇ ਹੁੰਦੇ, ਦੂਜੇ ਪਾਸੇ ਸ਼ਹਿਰ ਦੇ ਲੋਕ। ਕਈ ਵਾਰੀ ਅੱਧੀ ਅੱਧੀ ਰਾਤ ਤੱਕ ਮਹਿਫਲ ਜੰਮੀ ਰਹਿੰਦੀ। ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਵੀਂ ਨਾਚੀ ਨੱਚਣ ਵਾਲੀ ਦਰਬਾਰ ਵਿੱਚ ਆਈ ਹੋਈ ਸੀ, ਜਿਸ ਦਾ ਨਾਂ ਸ਼ਬੀਲੀ ਸੀ। ਉਹ ਰੰਗ ਰੂਪ ਦੀ ਸੋਹਣੀ ਅਤੇ ਸਰੀਰ ਦੀ ਸੁਭਕ ਸੀ। ਜਦੋਂ ਨੱਚਦੀ ਇਉਂ ਜਾਪਦਾ ਬਿਜਲੀ ਥਰਕ ਰਹੀ ਹੋਵੇ, ਬਿਜਲੀ ਚਮਕ ਰਹੀ ਹੋਵੇ। ਰਾਜਾ ਉਹਨੂੰ ਬਹੁਤ ਚਾਹੁਣ ਲੱਗਾ ਅਤੇ ਉਚੇਚਾ ਮਾਣ ਦਿੰਦਾ। ਇੱਕ ਦਿਨ ਸ਼ਾਮ ਵੇਲੇ ਸ਼ਬੀਲੀ ਦਾ ਨਾਚ ਸੀ। ਥੋੜ੍ਹੀ ਦੇਰ ਪਹਿਲਾਂ ਮੀਂਹ ਪੈ ਕੇ ਹਟਿਆ ਸੀ, ਜਿਸ ਕਰਕੇ ਹਾਜ਼ਰੀ ਬਹੁਤ ਘੱਟ ਸੀ। ਮਤਲਬ ਲੋਕ ਘੱਟ ਆਏ ਹੋਏ ਸੀ ਦੇਖਣ ਵਾਲੇ। ਇੱਕ ਲੰਗੜਾ ਰੱਬ ਸਬੱਬੀ ਉੱਧਰੋਂ ਦੀ ਲੰਘ ਰਿਹਾ ਸੀ। ਗਾਣੇ ਦੀ ਆਵਾਜ਼ ਸੁਣ ਕੇ ਉਹ ਵੀ ਮਹਿਲਾਂ ਵੱਲ ਤੁਰ ਪਿਆ ਅਤੇ ਦਲਾਨ ਵਿੱਚ ਹੋ ਰਹੇ ਨਾਚ ਨੂੰ ਵੇਖਣ ਲੱਗਾ। ਸ਼ਬੀਲੀ ਨੂੰ ਵੇਖ ਕੇ ਲੰਗੜੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਜੇਬ ਵਿੱਚੋਂ
ਰੁਪਈਆ ਕੱਢ ਕੇ ਸ਼ਬੀਲੀ ਦੇ ਸਿਰ ਤੋਂ ਵਾਰਨਾ ਚਾਹਿਆ, ਪਰ ਲੰਗੜਾ ਹੋਣ ਕਰਕੇ ਉਹ ਅੱਗੇ ਨਾ ਵੱਧ ਸਕਿਆ। ਸ਼ਬੀਲੀ ਨੇ ਵੇਖਿਆ ਤੇ ਝੂਮਦੀ ਹੋਈ ਉਹਦੇ ਕੋਲ ਪਹੁੰਚੀ। ਜਦੋਂ ਉਹ ਲੰਗੜੇ ਦੇ ਹੱਥੋਂ ਰੁਪਈਆ ਫੜਨ ਲੱਗੀ ਤਾਂ ਇੱਕਦਮ ਠਠੰਬਰ ਗਈ ਤੇ ਮਸਾਂ ਡਿੱਗਦੀ ਬਚੀ। ਉਹ ਸੰਭਲ ਕੇ ਸ਼ਬੀਲੀ ਨੇ ਆਪਣੀ ਲੱਤ ਫੜ ਲਈ। ਤੈਨੂੰ ਇਹ ਕੀ ਹੋ ਗਿਆ? ਰਾਜੇ ਨੇ ਪੁੱਛਿਆ। ਮੇਰੀ ਲੱਤ ਵਿੱਚੋਂ ਚੀਸਾਂ ਉੱਠ ਰਹੀਆਂ ਨੇ। ਮਤਲਬ ਉਹਦੀ ਲੱਤ ਦਰਦ ਕਰ ਰਹੀ ਹੈ। ਸ਼ਬੀਲੀ ਨੇ ਘਬਰਾਉਂਦੇ ਹੋਏ ਕਿਹਾ, ਮੇਰੇ ਤੋਂ ਹੋਰ ਨੱਚਿਆ ਨਹੀਂ ਜਾਣਾ। ਅੱਗੇ ਵੀ ਕਦੇ ਇਉਂ ਹੋਇਆ? ਨਹੀਂ, ਬਸ ਇਸ ਲੰਗੜੇ ਨੂੰ ਛੂਹੰਦੇ ਸਾਰ ਉਹਦੀ ਲੱਤ ਦੀ ਪੀੜ ਜਿਵੇਂ ਮੇਰੀ ਲੱਤ ਵਿੱਚ ਚਲੀ ਗਈ ਹੋਵੇ। ਇਹਦਾ ਇਲਾਜ ਕੀ ਹੈ? ਇਸ ਲੰਗੜੇ ਨੂੰ ਵੱਢ ਕੇ ਇਹਦੇ ਲਹੂ ਨਾਲ ਮੇਰੀ ਲੱਤ ਧੋ ਦਿਓ। ਸ਼ਬੀਲੀ ਨੇ ਤਰਲਾ ਕੀਤਾ। ਉਫ, ਨਹੀਂ ਤਾਂ ਮੈਂ ਸਾਰੀ ਉਮਰ ਨੱਚ ਨਹੀਂ ਸਕਾਂਗੀ। ਰਾਜਾ ਹੈਰਾਨ ਹੋ ਕੇ ਕਦੇ ਲੰਗੜੇ ਵੱਲ ਵੇਖਦਾ, ਕਦੇ ਸ਼ਬੀਲੀ ਵੱਲ। ਉਸਨੇ ਸੋਚਿਆ, ਲੰਗੜੇ ਦੇ ਛੂਹਣ ਨਾਲ ਹੀ ਨਾਚੀ ਦੀ ਲੱਤ ਵਿੱਚ ਚੀਸ ਉੱਠੀ ਹੈ। ਸ਼ਾਇਦ ਲੰਗੜੇ ਦੀ ਨਜ਼ਰ ਲੱਗ ਗਈ ਹੋਵੇ ਤੇ ਨਜ਼ਰ ਉਤਾਰਨ ਦਾ ਇਹੋ ਇੱਕ ਢੰਗ ਹੋਵੇ। ਰਾਜੇ ਦੀ ਸ਼ਬੀਲੀ ਨਾਲ ਦਿਲੋਂ ਮੁਹੱਬਤ ਸੀ, ਸੋ ਉਹਨੇ ਉਸੇ ਵੇਲੇ ਜਲਾਦ ਨੂੰ ਬੁਲਾ ਲਿਆ। ਲੰਗੜਾ ਤਰਲੇ ਕਰਨ ਲੱਗਾ, ਮੈਂ ਬੇਕਸੂਰ ਹਾਂ, ਮੈਨੂੰ ਇਉਂ ਨਾ ਮਾਰੋ। ਪਰ ਤੇਰਾ ਕੋਈ ਕਸੂਰ ਜ਼ਰੂਰ ਹੈ। ਇਹ ਨਾਚੀ ਤੈਨੂੰ ਵੇਖ ਕੇ ਠਠੰਬਰੀ ਏ ਤੇ ਡਿੱਗਦੀ ਡਿੱਗਦੀ ਬਚੀ ਹੈ। ਰਾਜੇ ਨੇ ਲੰਗੜੇ ਦੀ ਤਸੱਲੀ ਕਰਵਾਉਣੀ ਚਾਹੀ। ਤੂੰ ਕੀ ਜਾਦੂ ਕੀਤਾ? ਇਹ ਮੈਂ ਨਹੀਂ ਜਾਣਦਾ, ਪਰ ਮੈਂ ਤੈਨੂੰ ਮਾफ़ ਨਹੀਂ ਕੀਤਾ ਜਾ ਸਕਦਾ। ਮਤਲਬ ਤੈਨੂੰ ਮਾफ़ ਨਹੀਂ ਕਰਾਂਗਾ। ਤੁਸੀਂ ਬੇਸ਼ੱਕ ਮੇਰੇ ਟੁਕੜੇ ਟੁਕੜੇ ਕਰ ਦਿਓ, ਪਰ ਮੇਰੀ ਇੱਕ ਅਰਜ਼ ਸੁਣ ਲਓ। ਲੰਗੜੇ ਨੇ ਹੱਥ ਜੋੜਦੇ ਹੋਏ ਬੇਨਤੀ ਕੀਤੀ। ਮੈਂ ਇਸ ਨੂੰ ਕੁਝ ਉਧਾਰ ਦਿੱਤਾ ਹੈ, ਉਹ ਇਹ ਮੈਨੂੰ ਮੋੜ ਦੇਵੇ। ਇਹ ਉਸੇ ਉਧਾਰ ਨੂੰ ਯਾਦ ਕਰਕੇ ਠਠੰਬਰੀ ਏ। ਮੈਂ ਇਹਦਾ ਕੁਝ ਨਹੀਂ ਦੇਣਾ। ਨਾਚੀ ਗੁੱਸੇ ਵਿੱਚ ਭਖਦੀ ਹੋਈ ਕਹਿਣ ਲੱਗੀ, ਮੈਂ ਤਾਂ ਇਹਨੂੰ ਪਛਾਣਦੀ ਵੀ ਨਹੀਂ, ਪਰ ਤੂੰ ਤਾਂ ਇਹ ਆਖ ਸਕਦੀ ਹੈ। ਲੰਗੜੇ ਨੇ ਧੀਰਜ ਨਾਲ ਸਮਝਾਉਂਦੇ ਹੋਏ ਨਾਚੀ ਨੂੰ ਕਿਹਾ ਕਿ ਮੈਂ ਜੋ ਇਸ ਲੰਗੜੇ ਤੋਂ ਉਧਾਰ ਲਿਆ ਸੀ, ਉਹ ਮੈਂ ਇਹਨੂੰ ਮੋੜ ਦਿੱਤਾ। ਬਸ ਇਹੋ ਆਖਣਾ ਚਾਹੁੰਦਾ ਹਾਂ। ਠੀਕ ਹੈ, ਧਿਆਨ ਨਾਲ ਸੁਣੋ, ਸਮਝ ਆਏਗਾ ਅੱਗੇ। ਮਤਲਬ ਉਹਨੇ ਇਲਜ਼ਾਮ ਲਾਤਾ ਝੂਠਾ ਉਹਦੇ ਉੱਪਰ ਕਿ ਇਹਨੇ ਮੈਨੂੰ, ਜਦੋਂ ਇਹਨੂੰ ਮੈਂ ਹੱਥ ਲਾਇਆ ਤਾਂ ਇਹ ਆਪ ਲੰਗੜਾ, ਇਹਦੀ ਲੱਤ ਦਾ ਦਰਦ ਮੇਰੇ ਲੱਤ ਵਿੱਚ ਆ ਗਿਆ ਤਾਂ ਮੇਰਾ ਮਤਲਬ ਠੀਕ ਲੱਤ ਫੇਰ ਹੋਏਗੀ, ਇਹਦੇ ਖੂਨ ਨਾਲ ਧੋਵੋ। ਤਾਂ ਉਹ ਅੱਗੋਂ ਚਲਾਕ ਸੀ ਬੰਦਾ। ਉਹ ਕਹਿੰਦਾ ਵੀ ਇਹਨੇ ਮੇਰੇ ਤੋਂ ਕੁਛ ਉਧਾਰ ਲਿਆ ਸੀ, ਉਹ ਮੇਰਾ ਉਧਾਰ ਮੈਨੂੰ ਦੇ ਦੇਵੇ ਅਤੇ ਫਿਰ ਜਿਹੜੀ ਮੈਨੂੰ ਸਜ਼ਾ ਦੇਣੀ ਆ ਦੇ ਦਿਓ। ਮੈਂ ਤੇਰਾ ਕੋਈ ਉਧਾਰ ਨਹੀਂ ਚੁਕਾਉਣਾ। ਨਾਚੀ ਲੰਗੜੇ ਨੂੰ ਘੂਰਦੀ ਹੋਈ ਕਹਿਣ ਲੱਗੀ। ਤਾਂ ਰਾਜੇ ਨੇ ਨਾਚੀ ਨੂੰ ਸਮਝਾਇਆ, ਵੇਖ ਇਹਦੀ ਮੌਤ ਸਿਰ 'ਤੇ ਆਈ ਹੋਈ ਹੈ, ਇਹਦੀ ਆਖਰੀ ਖਵਾਹਿਸ਼ ਪੂਰੀ ਕਰਨਾ ਸਾਡਾ ਫਰਜ਼ ਬਣਦਾ ਹੈ। ਤੂੰ ਜੋ ਕੁਝ ਇਹ ਕਹਿੰਦਾ ਹੈ ਇਹਦੇ ਪਿੱਛੇ ਪਿੱਛੇ ਕਹਿ ਦੇ। ਜੇ ਤੂੰ ਇਹਦਾ ਕੁਝ ਨਹੀਂ ਦੇਣਾ ਤਾਂ ਕਹਿਣ ਵਿੱਚ ਕੀ ਹਰਜ? ਨਾਚੀ ਮਜਬੂਰ ਹੋ ਗਈ। ਕੋਈ ਪੇਸ਼ ਨਾ ਜਾਂਦੀ ਵੇਖ ਕਹਿਣ ਲੱਗੀ, ਮੈਂ ਇਸ ਲੰਗੜੇ ਤੋਂ ਜੋ ਕੁਝ ਉਧਾਰ ਲਿਆ ਉਹ ਮੈਂ ਇਹਨੂੰ ਮੋੜ ਦਿੱਤਾ। ਉਸੇ ਵੇਲੇ ਨਾਚੀ ਪੁਹਾਟਣੀ ਖਾ ਕੇ, ਮਤਲਬ ਗੋਤਾ ਖਾ ਕੇ ਫਰਸ਼ ਉੱਤੇ ਧੜਮ ਕਰਦੀ ਡਿੱਗ ਪਈ। ਫਿਰ ਉਹ ਇਉਂ ਤੜਪਣ ਲੱਗੀ ਜਿਵੇਂ ਕਿਸੇ ਪਾਣੀ ਵਿੱਚੋਂ ਮੱਛੀ ਬਾਹਰ ਕੱਢ ਸੁੱਟੀ ਹੋਵੇ। ਥੋੜ੍ਹੀ ਦੇਰ ਬਾਅਦ ਨਾਚੀ ਨੇ ਪ੍ਰਾਣ ਤਿਆਗ ਦਿੱਤੇ, ਮਤਲਬ ਉਹਦੀ ਮੌਤ ਹੋ ਗਈ। ਰਾਜਾ ਤੇ ਉਹਦੇ ਦਰਬਾਰੀ ਘਬਰਾ ਗਏ ਤੇ ਉਹ ਲੰਗੜੇ ਵੱਲ ਬਿਟਰ ਬਿਟਰ ਵੇਖਣ ਲੱਗੇ। ਉਹਨੂੰ ਲੰਗੜਾ ਕੋਈ ਜਾਦੂਗਰ ਜਾਪਿਆ। ਰਾਜਾ ਕ੍ਰੋਧ ਵਿੱਚ ਆ ਗਿਆ, ਪਰ ਉਹ ਲੰਗੜੇ ਦੀ ਰਹੱਸਮਈ ਸ਼ਕਤੀ ਤੋਂ ਡਰ ਗਿਆ ਤੇ ਗੁੱਸੇ ਵਿੱਚ ਅੰਦਰ ਜਰਦਾ ਹੋਇਆ ਧੀਰਜ ਨਾਲ ਕਹਿਣ ਲੱਗਾ, ਇਸ ਗੱਲ ਦੀ ਤਹਿ ਵਿੱਚ ਕੋਈ ਭੇਤ ਜ਼ਰੂਰ ਹੈ। ਤੂੰ ਅਸਲੀ ਗੱਲ ਦੱਸ ਦੇ, ਮੈਂ ਤੈਨੂੰ ਮੁਕਤ ਕਰ ਦੇਵਾਂਗਾ। ਫਿਰ ਰਾਜਾ ਲੰਗੜੇ ਨੂੰ ਬੜੀ ਨਰਮੀ ਨਾਲ ਕਹਿਣ ਲੱਗਾ, ਅੱਛਾ ਇਹ ਦੱਸ ਕਿ ਤੂੰ ਉਸ ਨੂੰ ਕੀ ਉਧਾਰ ਦਿੱਤਾ ਸੀ ਤੇ ਉਸ ਤੈਨੂੰ ਕੀ ਮੋੜਿਆ? ਮੈਂ ਤੁਹਾਨੂੰ ਸਾਰੀ ਗੱਲ ਸ਼ੁਰੂ ਤੋਂ ਅਖੀਰ ਤੱਕ ਦੱਸ ਦਿੰਦਾ ਹਾਂ, ਛੁਪਾਉਣ ਵਾਲੀ ਕੋਈ ਗੱਲ ਨਹੀਂ। ਲੰਗੜੇ ਨੇ ਕਹਿੰਦੇ ਹੋਏ ਸਾਰਾ ਬਿਰਤਾਂਤ ਇਉਂ ਸੁਣਾਇਆ। ਇਹ ਸ਼ਬੀਲੀ ਨਾਂ ਦੀ ਨਾਚੀ ਮੇਰੀ ਪਤਨੀ ਹੈ। ਮੇਰਾ ਇਹਦੇ ਨਾਲ ਬੜਾ ਪਿਆਰ ਸੀ। ਇੱਕ ਪਲ ਵੀ ਅੱਖੋਂ ਓਹਲੇ ਹੁੰਦੀ ਤਾਂ ਮੈਂ ਸਮਝਦਾ ਪਰਲੋ ਆ ਗਈ ਹੈ। ਇੱਕ ਦਿਨ ਸ਼ਬੀਲੀ ਨੇ ਲਾਡ ਨਾਲ ਪੁੱਛਿਆ, ਸਵਾਮੀ ਤੁਸੀਂ ਮੇਰੇ ਨਾਲ ਇਤਨਾ ਪਿਆਰ ਕਰਦੇ ਹੋ, ਜੇ ਮੈਂ ਮਰ ਗਈ ਤਾਂ ਪਿੱਛੋਂ ਤੁਸੀਂ ਕੀ ਕਰੋਗੇ? ਮੈਂ ਤਾਂ ਤੇਰੇ ਬਗੈਰ ਜਿਉਂ ਨਹੀਂ ਸਕਦਾ। ਮੈਨੂੰ ਤੇਰੀ ਚਿੰਤਾ ਰਹਿੰਦੀ ਹੈ। ਜੇ ਮੈਨੂੰ ਕੁਝ ਹੋ ਗਿਆ ਤੇਰਾ ਪਿੱਛੋਂ ਕੀ ਬਣੇਗਾ? ਮੇਰਾ ਕੋਈ ਸਾਕ ਸੰਬੰਧੀ ਵੀ ਨਹੀਂ ਜਿਹੜਾ ਤੇਰੀ ਦੇਖਭਾਲ ਕਰੇ। ਮੈਂ ਅੱਖਾਂ ਵਿੱਚ ਹੰਝੂ ਭਰ ਕੇ ਸ਼ਬੀਲੀ ਨੂੰ ਕਿਹਾ, ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਡੀ ਕਬਰ ਦੇ ਕੋਲ ਹੀ ਝੁੱਗੀ ਪਾ ਕੇ ਬਾਕੀ ਸਾਰੀ ਉਮਰ ਫਕੀਰਨੀ ਬਣ ਕੇ ਉੱਤੇ ਹੀ ਗੁਜ਼ਾਰ ਦਿਆਂਗੀ। ਸ਼ਬੀਲੀ ਨੇ ਅੱਖਾਂ ਵਿੱਚ ਹੰਝੂ ਭਰਦੇ ਹੋਏ ਕਿਹਾ, ਅੱਛਾ ਮੈਂ ਵੀ ਇਹੋ ਕੁਝ ਕਰਾਂਗਾ। ਤੂੰ ਨਹੀਂ ਹੋਵੇਂਗੀ ਤਾਂ ਤੇਰੀ ਕਬਰ ਤਾਂ ਸਾਹਮਣੇ ਰਹੇਗੀ, ਮੈਂ ਪ੍ਰਣ ਕਰਦੇ ਹੋਏ ਕਿਹਾ। ਸਾਲ ਸਮਾਂ ਲੰਘ ਗਿਆ। ਇੱਕ ਦਿਨ ਅਚਾਨਕ ਸ਼ਬੀਲੀ ਦੇ ਪੇਟ ਵਿੱਚ ਸੂਲ ਉੱਠਿਆ ਤੇ ਉਸਨੇ ਪ੍ਰਾਣ ਤਿਆਗ ਦਿੱਤੇ। ਮੈਂ ਇਹਦੀ ਕਬਰ ਦੇ ਨੇੜੇ ਝੁੱਗੀ ਬਣਾ ਕੇ ਕਬਰਸਤਾਨ ਵਿੱਚ ਹੀ ਫਕੀਰੀ ਵੇਸ ਵਿੱਚ ਰਹਿਣ ਲੱਗਾ। ਕੰਮ ਧੰਦਾ ਠੱਪ ਹੋ ਗਿਆ। ਮੈਂ ਆਪਣਾ ਘਰ-ਬਾਰ, ਧਨ ਦੌਲਤ ਸਭ ਕੁਝ ਦਾਨ ਕਰ ਦਿੱਤਾ। ਫਿਰ ਇਹ ਜਿੰਦਾ ਕਿਵੇਂ ਹੋ ਗਈ? ਰਾਜੇ ਨੇ ਵਿੱਚੋਂ ਹੀ ਗੱਲ ਟੋਕਦੇ ਹੋਏ ਹੈਰਾਨੀ ਨਾਲ ਪੁੱਛਿਆ। ਇਹ ਲੰਮਾ ਬਿਰਤਾਂਤ ਹੈ, ਮੈਂ ਸਾਰਾ ਸੁਣਾਉਂਦਾ ਹਾਂ। ਲੰਗੜੇ ਨੇ ਰਾਜੇ ਨੂੰ ਤਸੱਲੀ ਦਿੱਤੀ। ਫਿਰ ਲੰਗੜੇ ਨੇ ਆਪਣੀ ਗੱਲ ਤੋਰੀ। ਮੈਂ ਸ਼ਹਿਰੋਂ ਟੁੱਕਰ ਮੰਗ ਕੇ
ਲੈ ਕੇ ਆਉਂਦਾ ਤੇ ਆਪਣਾ ਪੇਟ ਭਰ ਲੈਂਦਾ। ਸਾਰਾ ਦਿਨ ਕਬਰ ਦੇ ਸਰਹਾਣੇ ਬੈਠ ਕੇ ਰੋਂਦਾ ਰਹਿੰਦਾ। ਇਸ ਤਰ੍ਹਾਂ ਸਾਲ ਸਮਾਂ ਲੰਘ ਗਿਆ। ਇੱਕ ਦਿਨ ਇੱਕ ਕਰਨੀ ਵਾਲਾ ਫਕੀਰ ਉੱਧਰੋਂ ਦੀ ਲੰਘਿਆ ਤੇ ਮੈਨੂੰ ਪੁੱਛਣ ਲੱਗਾ ਕਿ ਇਸ ਉਜਾੜ ਬੀਆਬਾਨ ਵਿੱਚ ਮੈਂ ਇਕੱਲਾ ਕਿਉਂ ਰਹਿ ਰਿਹਾ ਹਾਂ। ਮੈਂ ਉਸ ਫਕੀਰ ਨੂੰ ਮੁੱਢ ਤੋਂ ਅੰਤ ਤੱਕ ਸਾਰਾ ਮਾਜਰਾ ਸੁਣਾ ਦਿੱਤਾ। ਮੇਰੀਆਂ ਅੱਖਾਂ ਵਿੱਚੋਂ ਛਮ-ਛਮ ਅੱਥਰੂ ਕਰਨ ਲੱਗੇ। ਮੇਰੀ ਸਾਧਨਾ ਉੱਤੇ ਪ੍ਰਸੰਨ ਹੋ ਕੇ ਉਹ ਫਕੀਰ ਕਹਿਣ ਲੱਗਾ, ਜੇ ਤੂੰ ਆਪਣੀ ਅੱਧੀ ਉਮਰ ਇਸ ਨੂੰ ਉਧਾਰੀ ਦੇ ਦੇਵੇਂ ਤਾਂ ਮੈਂ ਇਹਨੂੰ ਮੁੜ ਜਿੰਦਾ ਕਰ ਸਕਦਾ ਹਾਂ। ਤੁਸੀਂ ਬੇਸ਼ੱਕ ਮੇਰੀ ਅੱਧੀ ਉਮਰ ਇਹਨੂੰ ਦੇ ਦਿਓ। ਮੈਂ ਪ੍ਰਸੰਨ ਹੋ ਕੇ ਕਿਹਾ, ਇਸ ਤਰ੍ਹਾਂ ਸਾਡੀ ਦੋਹਾਂ ਦੀ ਮੌਤ ਇੱਕੋ ਦਿਨ ਇੱਕੋ ਵੇਲੇ ਹੋਵੇਗੀ, ਪਰ ਤੂੰ ਜਿਸ ਵੇਲੇ ਵੀ ਚਾਹੇ ਇਹਦੀ ਰਜਾਮੰਦੀ ਨਾਲ ਆਪਣੀ ਉਧਾਰ ਦਿੱਤੀ ਉਮਰ ਵਾਪਸ ਲੈ ਸਕਦਾ ਹੈ। ਬਸ ਇਹਨੂੰ ਕਹਿਣਾ ਪਵੇਗਾ ਮੈਂ ਜੋ ਉਧਾਰ ਲਿਆ ਸੀ ਉਹ ਵਾਪਸ ਦਿੱਤਾ। ਫਕੀਰ ਨੇ ਸਮਝਾਇਆ। ਤਾਂ ਫਕੀਰ ਨੇ ਕਬਰ ਪੁੱਟੀ, ਕੋਈ ਮੰਤਰ ਫੇਰਿਆ। ਫਿਰ ਮੈਂ ਸ਼ਬੀਲੀ ਦੀ ਲੋਥ ਦੀਆਂ 7 ਪਰਿਕਰਮਾਂ ਲਿੱਤੀਆਂ ਤੇ ਹਰ ਵਾਰ ਕਿਹਾ ਮੈਂ ਆਪਣੀ ਅੱਧੀ ਉਮਰ ਤੈਨੂੰ ਦਿੱਤੀ। ਤਾਂ 7ਵੀਂ ਪਰਿਕਰਮਾ 'ਤੇ ਸ਼ਬੀਲੀ ਜਿਉਂ ਉੱਠੀ, ਜਿਉਂਦੀ ਹੋ ਗਈ। ਅਸੀਂ ਦੋਵੇਂ ਬੜੇ ਖੁਸ਼ ਹੋਏ, ਬੇਕਾਬੂ ਹੋਏ, ਇਉਂ ਇੱਕ ਦੂਜੇ ਨੂੰ ਚੰਬੜ ਗਏ ਜਿਵੇਂ ਸਦੀਆਂ ਦੇ ਵਿਛੜੇ ਮਿਲੇ ਹੋਈਏ। ਪਰ ਸ਼ਬੀਲੀ ਦੀ ਇੱਕ ਟੰਗ ਕਬਰ ਵਿੱਚ ਖਰਾਬ ਹੋ ਗਈ ਸੀ। ਇਸ ਵਾਸਤੇ ਉਹ ਲੰਗੜਾ ਕੇ ਤੁਰਨ ਲੱਗੀ। ਮੈਂ ਫਕੀਰ ਨੂੰ ਕਿਹਾ ਕਿ ਜਿੱਥੇ ਇਤਨੀ ਰਹਿਮਤ ਕੀਤੀ ਜੇ ਉੱਥੇ ਥੋੜ੍ਹੀ ਹੋਰ ਬਖਸ਼ਿਸ਼ ਵੀ ਕਰ ਦਿਓ, ਕਿਸੇ ਤਰ੍ਹਾਂ ਇਸ ਦੀ ਟੰਗ ਠੀਕ ਹੋ ਜਾਵੇ। ਜੇ ਤੂੰ ਇਹਦੀ ਲੱਤ ਠੀਕ ਚਾਹੁੰਦਾ ਹੈ ਤਾਂ ਖੁਦ ਲੰਗੜਾ ਬਣ ਜਾ। ਫਕੀਰ ਨੇ ਕਿਹਾ, ਇਹ ਕਰਨੀ ਦਾ ਭੋਗ ਹੈ, ਕਿਸੇ ਨੂੰ ਤਾਂ ਭੋਗਣਾ ਹੀ ਪਏਗਾ। ਮੈਂ ਇਹ ਗੱਲ ਵੀ ਮੰਨ ਲਈ। ਫਕੀਰ ਨੇ ਮੰਤਰ ਨਾਲ ਸ਼ਬੀਲੀ ਦੀ ਲੱਤ ਠੀਕ ਕਰ ਦਿੱਤੀ। ਮੈਂ ਚੰਗਾ ਭਲਾ ਆਦਮੀ ਲੰਗੜਾ ਹੋ ਗਿਆ। ਫਿਰ ਅਸੀਂ ਦੋਵੇਂ ਉੱਥੋਂ ਚੱਲ ਪਏ। ਹੁਣ ਕਿੱਥੇ ਚੱਲੀਏ? ਮੈਂ ਸ਼ਬੀਲੀ ਤੋਂ ਪੁੱਛਿਆ। ਆਪਣੇ ਘਰ। ਹੋਰ ਕਿੱਥੇ? ਸ਼ਬੀਲੀ ਨੇ ਉੱਤਰ ਦਿੱਤਾ, ਪਰ ਘਰ, ਕੋਠਾ ਤੇ ਖੇਤ ਮੈਂ ਤੇਰੇ ਵਿਜੋਗ ਵਿੱਚ ਦਾਨ ਕਰ ਦਿੱਤੇ ਨੇ। ਮੇਰੇ ਕੋਲ ਤਾਂ ਕੱਚੀ ਕੌਡੀ ਵੀ ਨਹੀਂ ਰਹੀ। ਮੈਂ ਤਾਂ ਮੰਗਤਿਆਂ ਵਾਂਗ ਮੰਗ ਕੇ ਪਿੰਨ ਕੇ ਗੁਜ਼ਾਰਾ ਕਰਦਾ ਹਾਂ। ਮੈਂ ਦੱਸਿਆ। ਇਹ ਗੱਲ ਸੁਣ ਕੇ ਸ਼ਬੀਲੀ ਦਾ ਰੰਗ ਉੱਡ ਗਿਆ। ਉਹ ਘਬਰਾ ਗਈ। ਮੈਂ ਉਹਨੂੰ ਦਿਲਾਸਾ ਦੇ ਕੇ ਉਸੇ ਪੁਰਾਣੇ ਘਰ ਵਾਪਸ ਲੈ ਆਇਆ। ਪਰ ਲੋਕਾਂ ਨੇ ਸਾਡੀ ਆਓ ਭਗਤ ਕੀ ਕਰਨੀ ਸੀ, ਉਹ ਸਾਨੂੰ ਭੂਤ ਪ੍ਰੇਤ ਸਮਝਣ ਲੱਗੇ। ਸਾਨੂੰ ਵੇਖ ਕੇ ਨੱਠ ਜਾਂਦੇ ਤਾਂ ਅਸੀਂ ਕਿਸੇ ਦੂਜੇ ਸ਼ਹਿਰ ਜਾ ਕੇ ਵਸਣ ਦਾ ਫੈਸਲਾ ਕੀਤਾ। ਇੱਕ ਵਾਰ ਅਸੀਂ ਦੋਵੇਂ ਜੰਗਲ ਵਿੱਚੋਂ ਦੀ ਲੰਘ ਰਹੇ ਸਾਂ ਕਿ ਰਾਹ ਵਿੱਚ ਇੱਕ ਖੂਬਸੂਰਤ ਸੌਦਾਗਰ ਮਿਲ ਪਿਆ। ਉਸ ਨੂੰ ਮੈਂ ਆਪਣੀ ਸਾਰੀ ਵਿੱਥਿਆ ਸੁਣਾਈ। ਉਸਨੇ ਸਾਨੂੰ ਨਾਲ ਚੱਲਣ ਲਈ ਕਿਹਾ। ਸੌਦਾਗਰ ਬੜਾ ਮਨ ਚੱਲਾ ਸੀ। ਉਸਨੇ ਸ਼ਬੀਲੀ ਦਾ ਮਨ ਜਿੱਤ ਲਿਆ। ਸ਼ਬੀਲੀ ਨੇ ਉਸ ਨਾਲ ਕੋਈ ਗੋਂਦ ਗੁੰਦੀ। ਰਾਹ ਵਿੱਚ ਇੱਕ ਖੂਹ ਆਇਆ। ਮੈਂ ਪਾਣੀ ਦਾ ਲੋਟਾ ਭਰ ਲਿਆਉਣ ਲਈ ਭੇਜਿਆ ਉਹਨੂੰ, ਜਾਣੀ ਕਿ ਭੇਜਤਾ ਪਾਣੀ ਲੈਣ ਸ਼ਬੀਲੀ ਨੇ ਆਪਦੇ ਪਤੀ ਨੂੰ। ਰਾਹ ਵਿੱਚ ਇੱਕ ਖੂਹ ਆਇਆ। ਮੈਨੂੰ ਪਾਣੀ ਦਾ ਲੋਟਾ ਭਰ ਲਿਆਉਣ ਲਈ ਭੇਜਿਆ। ਮੈਂ ਰੱਸੀ ਤੇ ਲੋਟਾ ਲੈ ਕੇ ਤੁਰ ਪਿਆ। ਜਦੋਂ ਖੂਹ 'ਤੇ ਪਹੁੰਚਿਆ ਤਾਂ ਪਿੱਛੋਂ ਸ਼ਬੀਲੀ ਤੇ ਉਹ ਸੌਦਾਗਰ ਵੀ ਆ ਪਹੁੰਚੇ। ਜਿਉਂ ਹੀ ਮੈਂ ਲੋਟਾ ਲਮਕਾਇਆ, ਦੋਹਾਂ ਨੇ ਰਲ ਕੇ ਮੈਨੂੰ ਖੂਹ ਵਿੱਚ ਧਕੇਲ ਦਿੱਤਾ। ਉਸ ਖੂਹ ਵਿੱਚ ਪਾਣੀ ਬਹੁਤ ਥੋੜ੍ਹਾ ਸੀ, ਮਸਾਂ ਗੋਡੇ ਗੋਡੇ। ਮੈਂ ਕਈ ਦਿਨ ਉਸ ਖੂਹ ਵਿੱਚ ਭੁੱਖਾ ਪਾਣਾ ਰਿਹਾ। ਅਖੀਰ ਉੱਧਰੋਂ ਇੱਕ ਕਾਫਲਾ ਲੰਘਿਆ ਜਿਨ੍ਹਾਂ ਨੇ ਮੈਨੂੰ ਖੂਹ ਵਿੱਚੋਂ ਬਾਹਰ ਕੱਢਿਆ। ਉਦੋਂ ਤੋਂ ਮੈਂ ਸ਼ਬੀਲੀ ਨੂੰ ਥਾਂ ਥਾਂ ਢੂੰਡਦਾ ਫਿਰਦਾ ਹਾਂ। ਮੈਨੂੰ ਪੂਰਾ 1 ਸਾਲ ਭਟਕਦਿਆਂ ਹੋ ਗਿਆ। ਅੱਜ ਜਦੋਂ ਮੈਂ ਇੱਥੋਂ ਲੰਘ ਰਿਹਾ ਸਾਂ ਤਾਂ ਮੈਂ ਨਾਚ ਵੇਖਣ ਲਈ ਸੁਭਾਵਕ ਹੀ ਠਹਿਰ ਗਿਆ। ਸੋਚਿਆ ਦਿਲ ਬਹਿਲ ਜਾਵੇਗਾ। ਮੈਂ ਇਹਨੂੰ ਨੱਚਦਿਆਂ ਵੇਖ ਕੇ ਹੱਕਾ ਬੱਕਾ ਰਹਿ ਗਿਆ। ਇਹਨੇ ਵੀ ਮੈਨੂੰ ਪਛਾਣ ਲਿਆ। ਇਸ ਨੇ ਸੋਚਿਆ ਕਿ ਮੈਂ ਖੂਹ ਵਿੱਚ ਡੁੱਬ ਕੇ ਮਰ ਖਪ ਗਿਆ ਹੋਵਾਂਗਾ, ਪਰ ਮੈਨੂੰ ਇਹ ਜਿੰਦਾ ਵੇਖ ਕੇ ਠਠੰਬਰ ਗਈ। ਇਸ ਨੇ ਮੈਨੂੰ ਤੁਹਾਡੇ ਹੱਥੋਂ ਮਰਵਾ ਦੇਣਾ ਚਾਹਿਆ। ਮੈਂ ਇਹਦੇ ਤੋਂ ਉਧਾਰ ਦਿੱਤੀ ਉਮਰ ਮੰਗੀ, ਜੋ ਇਹਨੂੰ ਮਜਬੂਰ ਹੋ ਕੇ ਮੋੜਨੀ ਪਈ। ਇਸ ਲਈ ਉਧਾਰ ਮੋੜਦਿਆਂ ਸਾਰੇ ਇਹਦੇ ਪ੍ਰਾਣ ਨਿਕਲ ਗਏ। ਰਾਜਾ ਹੈਰਾਨ ਹੋ ਗਿਆ। ਕੀ ਇਹ ਔਰਤ ਆਪਣੇ ਪ੍ਰਾਣ ਦਾਤੇ ਵਾਸਤੇ ਮੌਤ ਮੰਗ ਸਕਦੀ ਹੈ? ਕੀ ਇਹ ਔਰਤ ਆਪਣੇ ਪ੍ਰਾਣ ਦਾਤੇ, ਮਤਲਬ ਜਿਹਨੇ ਨੂੰ ਜਾਨ ਦਿੱਤੀ ਸੀ, ਉਸੇ ਦੀ ਇਹ ਮੌਤ ਮੰਗਦੀ ਸੀ? ਇਹ ਗੱਲ ਤਾਂ ਮੈਂ ਕਦੇ ਸੋਚੀ ਵੀ ਨਹੀਂ ਸੀ, ਪਰ ਪ੍ਰਤੱਖ ਹੋ ਗਈ ਹੈ। ਫਿਰ ਰਾਜੇ ਦੇ ਮਨ ਸੰਸਾ ਉੱਠਿਆ ਕਿ ਕਿਧਰੇ ਲੰਗੜੇ ਦੀ ਸਾਰੀ ਕਹਾਣੀ ਮਨ ਘੜਤ ਨਾ ਹੋਵੇ। ਸੋ ਰਾਜਾ ਕਹਿਣ ਲੱਗਾ, ਇਸ ਕਹਾਣੀ ਦਾ ਕੋਈ ਸਬੂਤ? ਲੰਗੜਾ ਉਸੇ ਵੇਲੇ ਉੱਠ ਖਲੋਤਾ। ਇਹ ਮੇਰੀ ਲੱਤ ਜੋ ਇਹਦੇ ਕਾਰਨ ਲੰਗੜੀ ਹੋਈ ਸੀ ਹੁਣ ਠੀਕ ਹੋ ਗਈ ਹੈ, ਬੇਸ਼ੱਕ ਵੇਖ ਲਓ। ਲੰਗੜਾ ਬਿਲਕੁਲ ਠੀਕ ਚੱਲ ਰਿਹਾ ਸੀ। ਰਾਜੇ ਨੇ ਇਹਨੂੰ ਆਪਣੇ ਦਰਬਾਰ ਵਿੱਚ ਹੀ ਨੌਕਰ ਰੱਖ ਲਿਆ।